नमस्कार ओम शांति सतगुरु करता पुरख च मैं तुहाडा स्वागत करदी आ ते नाले जिहड़ा ये प्रोग्राम है साडे प्रश्न दे जिहड़े उत्तर दिंदे हैं साडे भरा निर्वेर भाई साहब जिहड़े ज्ञान दे बिल्कुल खजाना लैके अपने साथ चले वे परमात्मा दा अनुभव अपने साथ लैके चले वे उन्हां दे असीं अनुभव सुनदे हां ते जिहड़े साडे प्रश्न है उहदा आंसर सानूं दिंदे हां। आइए स्वागत करदे हां साडे निर्वेर भाई साहब दा सतगुरु करता पुरख च। भाजी सतगुरु करता पुरख च तुहाडा बहुत बहुत स्वागत है। बहुत बहुत धन्यवाद जी हाँ जी। भाजी अजकल जिहड़ा करोना दा वातावरण है हर एक घर च भय बैठा वा बहुत उस ते किद्दां बचिए? जो डरेगा सो मरेगा सीधी गल है तो डरो नहीं। ਉਹਦੇ ਵਾਸਤੇ ਜੋ ਤੁਸੀਂ ਟੀਵੀ ਤੇ ਵੀ ਦੇਖਦੇ ਹੋ ਵੀ ਕੀ ਧਿਆਨ ਰੱਖਣਾ ਹੀ ਆਪਣੇ ਸਵੱਛਤਾ ਦਾ ਧਿਆਨ ਰੱਖਣਾ ਹੀ ਆਪਣੇ ਹੱਥਾਂ ਦਾ ਧਿਆਨ ਰੱਖਣਾ ਹੀ ਔਰ ਉਸ ਦੇ ਨਾਲ ਨਾਲ ਆਪਣੇ ਕੋਲ ਇਹ ਦੇਖੋ ਮੈਂ ਜੇਬ 'ਚ ਹੀ ਰੱਖੀ ਆ ਆਪਣੇ ਬਾਹਰ ਜਦੋਂ ਨਿਕਲੋ ਘਰ ਤੋਂ ਤੇ ਇਹ ਲਗਾ ਲਓ ਇਸ ਤਰ੍ਹਾਂ ਤਾਂ ਕਿ ਜਿਹੜੀ ਬਾਹਰ ਦੀ ਹਵਾ ਹੀ ਉਹ ਫਿਲਟਰ ਹੋ ਕੇ ਤੁਸੀਂ ਸਵਾਸ ਲਓ ਤੇ ਇਹ ਮਾਮੂਲੀ ਜੀਆਂ ਗੱਲਾਂ ਹੀ ਔਰ ਉਸ ਦੇ ਨਾਲ ਨਾਲ ਬੜੀ ਸਿੱਧੀ ਹਿਸਾਬ ਦੀ ਗੱਲ ਹੈ। ਤੁਸੀਂ ਪਿੰਡਾਂ 'ਚ ਕਾੜੇ ਵੀ ਪੀਂਦੇ ਹੋ ਤੁਹਾਨੂੰ ਪਤਾ ਹੀ ਹੈ। ਅੱਛਾ ਪੰਜਾਬੀਆਂ ਨੂੰ ਸਭ ਤੋਂ ਅੱਛੀ ਚੀਜ਼ ਕੀ ਲੱਗਦੀ ਹੈ ਜਾਂ ਤਾਂ ਦੁੱਧ ਅੱਛਾ ਲੱਗਦਾ ਹੁਣ ਅੱਜ ਕੱਲ੍ਹ ਦੁੱਧ ਕੋਈ ਪੀਂਦਾ ਹੀ ਨਹੀਂ ਅਤੇ ਚਾਹ ਪੀਂਦੇ ਆ ਅਤੇ ਚਾਹ ਪੀਓ ਚਾਹ ਦੇ ਵਿੱਚ ਥੋੜ੍ਹਾ ਜਿਹਾ ਅਦਰਕ ਔਰ ਥੋੜ੍ਹਾ ਜਿਹਾ ਤੁਲਸੀ ਦੇ 2-3 ਪੱਤੇ ਪਾ ਦਿਓ ਉਹ ਉਬਾਲ ਕਰਕੇ ਸਵੇਰੇ ਸ਼ਾਮ 2 ਵਾਰ ਅਗਰ ਚਾਹ ਪੀਂਦੇ ਹੋ ਉਹ ਪੀ ਲਿਆ ਕਰੋ ਔਰ ਜਦੋਂ ਪਾਣੀ ਪੀਣਾ ਹੀ पानी पीना चाहिए ही लेकिन वो भी गुनगुना पानी पियो। और दूसरा है कि जदों सवेरे या शामी स्नान पानी करते हो तो उस वेले नमक पानी लै करके थोड़े गार्गल्स करो नक अगर तुहानूं जलनेती करनी आउंदी है तो पानी लैके नक तो मूँह के जरिए कढ़ दिओ 3-4 वार 5 ਵਾਰ ਤੇ ਔਰ ਉਹਨੂੰ ਸਾਫ਼ ਕਰ ਦਿਓ ਤੇ ਤੁਹਾਨੂੰ ਕੁਛ ਨਹੀਂ ਹੋਏਗਾ ਬਿਲਕੁਲ ਨਿਰਸੰਕਲਪ ਹੋ ਜਾਓ। ਇਹ ਸਾਡੀ ਆਪਣੀ ਪਰਸਨਲ ਹਾਈਜੀਨ ਦੇ ਕਾਰਨ ਹੀ ਸਾਰੀ ਗੜਬੜ ਹੁੰਦੀ ਹੈ। ਕਰੋਨਾ ਹੋਰ ਕੁਛ ਨਹੀਂ ਹੈ ਵਾਇਰਸ ਕਹਿੰਦੇ ਰਹਿੰਦੇ ਆ ਲੇਕਿਨ ਇਹਦਾ ਮੂਲ ਕਾਰਨ ਹੈ ਕਿ ਸਾਡੀ ਪਰਸਨਲ ਹਾਈਜੀਨ ਨੂੰ ਅਗਰ ਅਸੀਂ ਠੀਕ ਰੱਖੀਏ ਔਰ ਆਪਣੀ ਇਮਿਊਨਿਟੀ ਨੂੰ बढ़ाइए ਇਮਿਊਨਿਟੀ ਵੱਧਦੀ ਹੈ ਆਪਣੇ ਸ਼ਕਤੀਸ਼ਾਲੀ ਸੋਚ ਨਾਲ ਜਿੰਨਾ ਸ਼ਕਤੀਸ਼ਾਲੀ ਸੋਚ ਰਹੇਗੀ ਉਤਨਾ ਤੁਹਾਡੀ ਇਮਿਊਨਿਟੀ बढ़ेगी ਕਿਉਂਕਿ ਖਾਣਾ ਪੀਣਾ ਪੰਜਾਬੀਆਂ ਦਾ ਤਾਂ ਬੜਾ ਸੋਹਣਾ ਹੀ ਕੋਈ ਗੜਬੜ ਨਹੀਂ ਹੈ ਪਰ ਵੈਜੀਟੇਰੀਅਨ ਖਾਣਾ ਖਾਣਾ ਇਹ ਜ਼ਰਾ ਖਿਆਲ ਰੱਖਣਾ ਹੈ। ਅਸੀਂ ਲਸਣ ਪਿਆਜ਼ ਨਹੀਂ ਖਾਂਦੇ ਕਿਉਂਕਿ ਉਹ ਤਾਮਸਿਕ ਚੀਜ਼ ਮੰਨੀ ਜਾਂਦੀ ਹੈ। ਕਈ ਲੋਕ ਇਹਦੇ 'ਤੇ ਬੜਾ ਕਰਕੇ ਉਹ ਕੁਐਸਚਨ ਕਰਦੇ ਆ ਇਹਦੇ 'ਚ ਕੀ ਹੈ ਇਹ ਵੀ ਤਾਂ ਸਬਜ਼ੀ ਹੈ ਲੇਕਿਨ ਸਬਜ਼ੀਆਂ 'ਚ ਵੀ ਕਈ ਇਹੋ ਜਿਹੀ ਸਬਜ਼ੀਆਂ ਹੈਗੀਆਂ ਜਿਹੜੀਆਂ ਤਮੋਗੁਣੀ ਹੈਗੀਆਂ ਅਤੇ ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ। ਬੜਾ ਸਵਾਦਿਸ਼ਟ ਖਾਣਾ ਬਣਦਾ ਯੱਗ 'ਚ ਉਹਦੇ 'ਚ ਕੋਈ ਲਸਣ ਨਹੀਂ ਕੋਈ ਪਿਆਜ਼ ਨਹੀਂ ਕੁਛ ਨਹੀਂ ਲੇਕਿਨ ਲਿਮਿਟ 'ਚ ਖਾਣਾ ਚਾਹੀਦਾ। ਇਹ ਵੀ ਨਹੀਂ ਕਿ ਬਈ ਤੁਹਾਨੂੰ ਭੁੱਖ ਲੱਗੀ ਹੈ 2 ਰੋਟੀ ਦੀ ਅਤੇ ਤੁਸੀਂ ਖਾ ਲਓ 6 ਰੋਟੀਆਂ ਅਤੇ ਫਿਰ ਤਾਂ ਉਹਦਾ ਅਸਰ ਤਾਂ ਕੁਛ ਤਾਂ ਹੋਏਗਾ ਨਾ ਮੋਟੇ ਹੋ ਜਾਣਗੇ ਉਹਦਾ ਹਾਰਟ 'ਤੇ ਅਸਰ ਆ ਜਾਏਗਾ। ਹਾਰਟ ਵੀਕ ਹੋ ਗਿਆ ਅਤੇ ਫਿਰ ਕਰੋਨਾ ਦਾ ਰੋਣਾ ਤਾਂ ਜ਼ਰੂਰ ਹੋਏਗਾ ਫਿਰ ਹੋਰ ਕਿਆ ਕਹੀਏ। ਹਾਂਜੀ जी भाजी एक 6th क्लास च बच्ची है वो तुहाडा प्रोग्राम देखदी वो बोलदी अजकल करोना च साडे स्कूल बंद है खेलना बाहर निकलना सब बंद है तो मैं मुरली भी पढ़दी पर मुरली भी उतना समझ नहीं आती तो मैं किद्दां मतलब
ਬਾਬੇ ਨੂੰ ਯਾਦ ਕਰਾਂ, ਕਿੱਦਾਂ ਮਤਲਬ ਆਪਣੇ ਘਰ 'ਚ ਰਹਿ ਕੇ ਕਿਆ ਕਰ ਸਕਦੀ ਮੈਂ, ਮਤਲਬ ਬਹੁਤ ਛੋਟੀ ਬੱਚੀ ਹੈ। ਨਾਂ ਕੀ ਹੈ? ਨਾ ਨੇਹਾ। ਨੇਹਾ, ਵਾਹ। ਤੇ ਨੇਹਾ ਤਾਂ ਨਾਂ ਹੀ ਬੜਾ ਸੋਹਣਾ ਹੀ। ਤੁਸੀਂ ਆਪਣੇ ਨਾਂ ਦੇ ਬਾਰੇ 'ਚ ਸੋਚੋ, ਹੈਂ, ਉਹਦੇ ਉੱਪਰ ਕੋਈ ਕਵਿਤਾ ਲਿਖੋ, ਕੋਈ ਗੀਤ ਲਿਖੋ, ਕਿਉਂਕਿ ਤੁਸੀਂ ਜਾਣਦੇ ਹੋ ਜਾਂ ਨਹੀਂ, ਜਿੰਨੇ ਵੀ ਵੱਡੇ ਲੇਖਕ ਹੋਏ ਨੇ, ਜਿੰਨੇ ਵੀ ਵੱਡੇ ਕਵੀ ਹੋਏ ਨੇ, ਜਿੰਨੇ ਵੀ ਵੱਡੇ ਡਾਂਸਰ ਹੋਏ ਹੈ, ਉਹ ਬੜੀ ਪ੍ਰੈਕਟਿਸ ਕਰਦੇ ਸੀ, ਔਰ ਪ੍ਰੈਕਟਿਸ ਇਕੱਲਿਆਂ ਕਰਨੀ ਪੈਂਦੀ ਹੈ। ਅਤੇ ਇਹ ਤਾਂ ਸਾਨੂੰ ਮੌਕਾ ਮਿਲਿਆ ਹੀ ਹੁਣ ਪ੍ਰੈਕਟਿਸ ਕਰਨ ਦਾ, ਕਿ ਅਸੀਂ ਇਕਾਂਤ 'ਚ ਰਹਿ ਕਰਕੇ ਭਾਵੇਂ ਬਗੀਚੇ 'ਚ ਫੁੱਲਾਂ ਦੇ ਨਾਲ ਗੱਲ ਕਰੀਏ। ਹਾਂ, ਮੈਂ ਤਾਂ ਬੜਾ ਮੌਜ ਕਰਦਾ ਹੀ ਤੁਹਾਨੂੰ ਦੱਸ ਦਿੰਦਾ। ਸਾਡੇ ਬਗੀਚੇ 'ਚ ਕਈ ਪ੍ਰਕਾਰ ਦੀ ਚਿੜੀਆ ਆਉਂਦੀ ਹੈ, ਗਲਹਿਰੀ ਆਉਂਦੀ ਹੈ, ਉਹਨਾਂ ਦੇ ਵਾਸਤੇ ਥੋੜ੍ਹਾ ਦਾਣਾ ਪਾਣੀ ਡਾਲੀ ਦਾ, ਔਰ ਉਹਨਾਂ ਦੇ ਨਾਲ ਗੱਲ ਕਰਦੇ ਆ। ਤੁਹਾਨੂੰ ਖੁਸ਼ੀ ਹੋਏਗੀ ਸੁਣ ਕਰਕੇ, ਅੱਜ ਕੱਲ੍ਹ ਗਰਮੀ ਦੇ ਦਿਨ ਹੈ, ਕੋਇਲ ਆਉਂਦੀ ਹੈ, ਅਤੇ ਕੋਇਲ ਇੰਤਜ਼ਾਰ ਕਰਦੀ ਹੈ। ਮੈਂ ਜਦੋਂ ਸਵੇਰੇ ਤਿਆਰ ਹੋ ਕੇ ਬਾਹਰ ਨਿਕਲਦਾ ਹੀ ਅਤੇ ਉਹ ਆਵਾਜ਼ ਕਰਨ ਲੱਗ ਪੈਂਦੀ ਹੈ। ਫਿਰ ਮੈਂ ਉਹਨੂੰ ਦੇਖਦਾ ਹੀ, ਫਿਰ ਉਹਨੂੰ ਹੱਥ ਹਿਲਾਉਣਾ ਹੀ, ਔਰ ਫਿਰ ਇੱਕ ਵਾਰ ਨਹੀਂ, ਘੱਟ ਤੋਂ ਘੱਟ 3-4 ਮਿੰਟ ਉਹਦੇ ਨਾਲ ਜਿਸ ਤਰ੍ਹਾਂ ਗੱਲਾਂ ਵੀ ਕਰਦਾ ਹੀ। ਅਤੇ ਉਹਦੇ ਕਰਕੇ ਮੇਰਾ ਤਾਂ ਮਨ ਇਤਨਾ ਖੁਸ਼ ਹੋ ਜਾਂਦਾ ਹੈ, ਮੈਂ ਤੁਹਾਨੂੰ ਕੀ ਦੱਸਾਂ। ਔਰ ਉਹ ਰੋਜ਼ ਸਵੇਰੇ ਔਰ ਰੋਜ਼ ਸ਼ਾਮੀ ਮਿਲਣ ਵਾਸਤੇ ਆਉਂਦੀ ਹੈ। ਸਾਹਮਣੇ ਪੇੜ 'ਤੇ ਆ ਕੇ ਬੈਠ ਜਾਂਦੀ ਔਰ ਆਵਾਜ਼ ਕਰਦੀ। ਫਿਰ ਮੈਂ ਜਦੋਂ ਸਾਹਮਣੇ ਆਉਣਾ ਹੀ ਔਰ ਹੱਥ ਹਿਲਾਉਣਾ ਹੀ, ਅਤੇ ਹੋਰ ਜ਼ਿਆਦਾ ਆਵਾਜ਼ ਕਰਦੀ, ਔਰ ਬੜਾ ਆਨੰਦ ਆਉਂਦਾ ਹੀ। ਅਤੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ, ਕਿਉਂਕਿ ਲਾਕਡਾਊਨ 'ਚ ਇਹ ਜ਼ਰੂਰ ਹੈ ਕਿ ਅਗਰ ਤੁਸੀਂ ਬਾਹਰ ਜਾਣਗੇ ਹੋ, ਤੁਹਾਡੇ ਵਿਚਾਰ ਬੜੇ ਅੱਛੇ ਹੈ, ਤੁਹਾਡੀ ਆਪਣੀ ਪਰਸਨਲ ਹਾਈਜੀਨ ਬਹੁਤ ਅੱਛੀ ਹੈ, ਸਵੱਛਤਾ ਹੈ, ਸਭ ਕੁਛ ਹੈ, ਖਾਣ ਪਾਣ ਦਾ ਬੜਾ ਪਰਹੇਜ਼ ਹੈ, ਫਿਰ ਵੀ ਇਮਿਊਨਿਟੀ ਘੱਟ ਹੋਣ ਕਰਕੇ ਕਦੀ ਉਹਦਾ ਅਸਰ ਹੋ ਸਕਦਾ। ਅਤੇ ਇਸ ਕਰਕੇ ਸਭ ਤੋਂ ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਕੋਈ ਵੀ ਚੁਣੌਤੀ ਆਉਂਦੀ ਹੈ ਤਾਂ ਉਸ ਨੂੰ ਅਪਰਚੁਨਿਟੀ ਮਾਨ ਕਰਕੇ ਚਲੋ, ਕਿ ਇਹ ਮੈਨੂੰ ਇੱਕ ਮੌਕਾ ਮਿਲਿਆ ਹੀ ਕਿ ਮੈਂ ਕੁਛ ਹੋਰ ਨਇਆ ਕਰਾਂ। ਔਰ ਨਇਆ ਕਰਨਾ ਕੀ ਹੈ? ਨਏ ਵਿਚਾਰਾਂ ਦੇ ਨਾਲ ਨਈ ਕਵਿਤਾ ਲਿਖੋ, ਨਏ ਗੀਤ ਲਿਖੋ, ਨਏ ਡਾਂਸ ਕਰਨਾ ਸਿੱਖੋ, ਤੁਹਾਨੂੰ ਮਜ਼ਾ ਆਏਗਾ। ਔਰ ਤੁਸੀਂ ਅੱਜ ਜਿਹੜੇ ਛਟੀ 'ਚ ਪੜ੍ਹ ਰਹੇ ਹੋ, ਜਦੋਂ ਤੁਸੀਂ ਆਪਣੀ ਪੜ੍ਹਾਈ ਗ੍ਰੈਜੂਏਸ਼ਨ ਤਾਈਂ ਕਰ ਲੈਣਗੇ ਹੋ, ਅਤੇ ਤੁਹਾਡੇ ਜਿਹਾ ਬਰਾਈਟ ਬੱਚਾ ਕੋਈ ਨਹੀਂ ਹੋਏਗਾ। ਹਾਂਜੀ ਜੀ ਭਾਜੀ, ਫਰਿਸ਼ਤਾ ਬਣਨੇ ਵਾਸਤੇ ਕਿਹੜਾ ਜਿਹੜਾ ਸੰਬੰਧ ਇਹਦੇ 'ਚ ਅਸੀਂ ਮੁਕਤ ਹੋ ਜਾਵੇ? ਸਾਰੇ ਹੀ ਰਿਸ਼ਤੇ ਭਗਵਾਨ ਨਾਲ, ਜਿੰਨੇ ਰਿਸ਼ਤੇ ਆ ਸਾਡੇ ਤੋਂ, ਮਾਤ ਪਿਤਾ, ਹਾਂ, ਔਰ ਬੰਧੂ ਸਖਾ ਜੋ ਵੀ ਹੈ ਜੀ, ਇਹਦੇ ਬਾਰੇ 'ਚ ਅਸੀਂ ਜਦੋਂ ਸ਼੍ਰੀਮਦ ਭਗਵਤ ਗੀਤਾ ਖੋਲ੍ਹ ਕਰਕੇ ਪੜ੍ਹਨ ਲੱਗਦੇ ਹਾਂ ਨਾ, ਅਤੇ ਉਹਦੇ 'ਚ ਸ਼ੁਰੂ 'ਚ ਹੀ ਇਹ ਲਿਖਿਆ ਹੁੰਦਾ ਹੈ, ਤਮੇਵ ਮਾਤਾश्च ਪਿਤਾ ਤਮੇਵ, ਤਮੇਵ ਬੰਧੂ 'ਚ ਸਖਾ ਤਮੇਵ, ਤਮੇਵ ਵਿਦਿਆ ਦ੍ਰਵਣਮ ਤਮੇਵ, ਤਮੇਵ ਮਮ ਦੇਵ ਦੇਵ। ਸਭ ਮੇਰਾ, ਸਭ ਕੁਛ ਤੁਸੀਂ ਹੈਗੇ ਹੋ ਪਰਮਾਤਮਾ ਦੇ ਬਾਰੇ 'ਚ। ਅਤੇ ਅਗਰ ਕੋਈ ਉਹਦੇ ਅਰਥ ਨੂੰ ਸਮਝ ਜਾਏ, ਅਤੇ ਆਪਣਾ ਸਾਰਾ ਹੀ ਹਰ ਪ੍ਰਕਾਰ ਦਾ ਰਿਸ਼ਤਾ, ਮਾਤ ਪਿਤਾ ਬਾਪ ਦਾਦਾ, ਸਭ ਕੁਛ ਉਹਨਾਂ ਨੂੰ ਮੰਨਣ, ਤੁਹਾਨੂੰ ਬੜਾ ਹੀ ਮਜ਼ਾ ਆਏਗਾ ਉਹਦੇ 'ਚ। ਹਰ ਕਦਮ 'ਤੇ ਵਾਹਿਗੁਰੂ ਯਾਦ ਆਏਗਾ, ਹੋਰ ਕੁਛ ਨਹੀਂ ਆਏਗਾ। ਵੈਸੇ ਮੈਂ ਦੇਖਿਆ ਹੀ ਪੰਜਾਬ 'ਚ ਕਈ ਭਾਈ, ਕਈ ਭੈਣਾਂ, ਭਾਵੇਂ ਉਹਦੇ ਅਰਥ ਨੂੰ ਸਮਝਣ ਨਾ ਸਮਝਣ, ਉਹ ਚਲਦੇ ਫਿਰਦੇ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ, ਉਹਨਾਂ ਦੇ ਮੁਖ ਤੋਂ ਨਿਕਲਦਾ ਹੀ ਵਾਹਿਗੁਰੂ ਹੈ। ਤੇ ਵਾਹਿਗੁਰੂ ਵਾਹ ਵਾਹ ਜਿਸ ਦੀ ਅਸੀਂ ਕਰਦੇ, ਉਹ ਕੌਣ, ਕਿਹੜਾ ਗੁਰੂ ਹੈ? ਉਹ ਹੈ ਉਹ ਪਰਮਾਤਮਾ ਸਤਿਗੁਰੂ। ਏਕ ਓਂਕਾਰ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਬੜਾ ਕਲੀਅਰ ਸਮਝਾਇਆ, ਏਕ ਓਂਕਾਰ, ਓਮ ਦਾ ਆਕਾਰ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਸ਼ਿਵ ਬਾਬਾ, ਪਰਮਾਤਮਾ ਸ਼ਿਵ। ਤੇ ਅਸੀਂ ਉਹਨਾਂ ਦੇ ਬੱਚੇ ਹਾਂ। ਅਗਰ ਸਾਡਾ ਮਨ ਉਹਨਾਂ ਨਾਲ ਲੱਗਿਆ ਰਹੇ ਤਾਂ ਕੋਈ ਡਰ ਦੀ ਗੱਲ ਹੀ ਨਹੀਂ ਹੈ। ਜੀ ਬਾਜੀ, ਇੱਕ ਗ੍ਰਸਤ ਪਰਿਵਾਰ 'ਚ ਯੁਗਲ ਹੈ, ਦੋਨੋਂ ਗਿਆਨ 'ਚ ਚੱਲਦੇ, ਲੇਕਿਨ ਉਹਨਾਂ ਦਾ ਪ੍ਰਸ਼ਨ ਇਹ ਹੈ ਕਿ ਚੰਦਰ ਗ੍ਰਹਿਣ ਤੇ ਨਾਲੇ ਸੂਰਯ ਗ੍ਰਹਿਣ, ਕਿਆ ਇਹ ਗ੍ਰਹਿਣ ਬ੍ਰਾਹਮਣ ਆਤਮਾਵਾਂ ਨੂੰ ਵੀ ਪ੍ਰਭਾਵਿਤ ਕਰਦੀ? ਸਭ ਨੂੰ ਪ੍ਰਭਾਵਿਤ ਕਰਦੇ ਆ। ਜਾਣ-ਬੁੱਝ ਕਰਕੇ ਨਾ ਤੇ ਚੰਦਰ ਗ੍ਰਹਿਣ ਦੀ ਤਰਫ ਦੇਖੋ ਔਰ ਨਾ ਸੂਰਜ ਗ੍ਰਹਿਣ ਦੀ ਤਰਫ ਦੇਖੋ, ਨਹੀਂ ਤਾਂ ਤੁਹਾਡੇ ਅੱਖਾਂ ਤੇ ਅਸਰ ਪਏਗਾ, ਔਰ ਉਹਦਾ ਅਸਰ ਬਾਕੀ ਸਰੀਰ ਤੇ ਪਏ ਉਹ ਅਲੱਗ ਚੀਜ਼ ਹੈ। ਲੇਕਿਨ ਸਾਇੰਟਿਸਟ ਵੀ ਕਿਆ ਕਹਿੰਦੇ ਆ, ਸਿੱਧਾ ਨਾ ਉਹਦੀ ਤਰਫ ਦੇਖੋ। ਉਹਦੇ ਵਾਸਤੇ ਕਈ ਤਰੀਕੇ ਅਲੱਗ-ਅਲੱਗ ਦਿੰਦੇ ਆ, ਚਸ਼ਮੇ ਨੇ ਇਹੋ ਜਿਹੇ ਦਿੰਦੇ ਆ, ਜਾਂ ਥਾਲੀ 'ਚ ਪਾਣੀ ਰੱਖ ਕਰਕੇ ਉਹਦੇ 'ਚ ਦੇਖਣ ਦੀ, ਲੇਕਿਨ ਉਹ ਵੀ ਬਹੁਤ ਤੇਜ਼ ਹੁੰਦਾ ਹੀ, ਅਸੀਂ ਦੇਖਿਆ ਹੋਇਆ ਹੀ। ਇਸ ਕਰਕੇ ਤੁਸੀਂ ਇਹ ਮੰਨ ਕੇ ਚੱਲੋ ਵੀ ਉਹ ਸਾਡੇ ਵਾਸਤੇ ਫਾਇਦੇ ਦੀ ਚੀਜ਼ ਨਹੀਂ ਹੈ ਉਧਰ ਦੇਖਣ। ਇੱਕ ਕਿਉਰਿਓਸਿਟੀ ਹੁੰਦੀ ਹੈ ਬਈ ਦੇਖੀਏ ਕਿ ਕਿਸ ਤਰ੍ਹਾਂ ਲੱਗਦਾ ਹੈ। ਲੱਗਣਾ ਤੇ ਉਹੀ ਹੈ ਜਿਸ ਤਰ੍ਹਾਂ ਜਦੋਂ ਬੱਦਲਾਂ 'ਚ ਥੋੜ੍ਹਾ ਜਿਹਾ ਦੇਖਣ 'ਚ ਆਉਂਦਾ ਹੀ ਸੂਰਜ, ਤੇ ਕਿਸ ਤਰ੍ਹਾਂ ਲੱਗਦਾ ਹੀ, ਔਰ ਉਹ ਜਦੋਂ ਪੂਰਾ ਹੀ ਢੱਕਿਆ ਜਾਂਦਾ ਹੀ ਸ੍ਰਿਸ਼ਟੀ ਔਰ ਕੀ ਕਹੀਏ ਇਹਨੂੰ, ਚੰਦਰਮਾ ਦੇ ਕਨੈਕਸ਼ਨ 'ਚ ਜਦੋਂ ਆਉਂਦੇ ਆ ਤੇ ਸੂਰਜ ਦੇ ਅੱਗੇ ਜਾਂ ਤੇ ਚੰਦਰਮਾ ਆ ਜਾਏਗਾ ਜਾਂ ਸ੍ਰਿਸ਼ਟੀ ਆ ਜਾਏਗੀ, ਤੇ ਉਹ ਢੱਕ ਜਾਂਦਾ ਹੀ ਤੇ ਫਿਰ ਇੱਕ ਲਾਈਨ ਜਿਹੀ ਨਜ਼ਰ ਆਉਂਦੀ ਹੈ, ਅੰਧੇਰਾ ਨਜ਼ਰ ਆਉਂਦਾ ਹੀ। ਲੇਕਿਨ ਉਹ ਅਲਟਰਾ ਵਾਇਲਟ ਰੇਜ਼ ਇਤਨੀ ਤਿੱਖੀ ਹੁੰਦੀ ਹੈ ਕਿ ਅਗਰ ਉਸ ਵੇਲੇ ਕਿਸੇ ਨੇ ਉਹਨੂੰ ਦੇਖਿਆ ਤੇ ਅੱਖਾਂ 'ਤੇ ਅਸਰ ਹੋ ਜਾਏਗਾ। ਇਸ ਕਰਕੇ ਜਾਣ ਬੁੱਝ ਕਰਕੇ ਆਪਣੇ ਆਪ ਨੂੰ ਤਕਲੀਫ ਨਹੀਂ ਦੇਣੀ ਹੈ। ਜੀ ਭਾਜੀ, ਇੱਕ 12th ਸਟੈਂਡਰਡ ਦਾ ਬੱਚਾ ਹੈ, ਉਹ ਸਾਇੰਸ ਪੜ੍ਹਦਾ, ਉਹਨੇ ਤੁਹਾਡਾ ਪ੍ਰੋਗਰਾਮ ਦੇਖਿਆ ਤਾਂ ਉਹ ਪੁੱਛਦਾ ਕਿ ਭਾਜੀ ਤੁਹਾਨੂੰ ਗਿਆਨ 'ਚ ਚਲਦੇ ਹੋਏ ਕਾਫੀ ਸਮੇਂ ਹੋ ਗਏ, ਅਤੇ ਇਸ ਗਿਆਨ 'ਚ ਕਈ ਲੋਕ ਆਏ ਵੀ ਅਤੇ ਨਾਲੇ ਚਲੇ ਵੀ ਗਏ, 3-4 ਵਾਰ ਵਿਨਾਸ਼ ਦੀ ਜਿਹੜੀ ਤਾਰੀਖ ਹੈ ਉਹ ਸਾਹਮਣੇ ਨਹੀਂ ਆਈ। ਇਸ ਵਜ੍ਹਾ 'ਤੇ ਜਿਹੜੇ ਇਸ ਸੰਸਥਾ 'ਚ ਆਏ ਲੋਕੀ ਉਹ ਛੱਡ ਕੇ ਚਲੇ ਗਏ। ਕਿਆ ਤੁਹਾਡਾ ਵਿਸ਼ਵਾਸ ਨਹੀਂ ਡਗਮਗਾਇਆ ਕਦੇ? ਮੇਰਾ ਵਿਸ਼ਵਾਸ ਇੱਕ ਐਕਸਪੀਰੀਅੰਸ ਦੇ ਆਧਾਰ 'ਤੇ ਹੈਗਾ, ਅਨੁਭਵ ਦੇ ਆਧਾਰ 'ਤੇ। ਪਹਿਲੀ ਗੱਲ ਕਿ ਮੈਂ ਗਿਆਨ ਲਿਆਈ ਤੇ ਕੋਈ ਵਿਨਾਸ਼ ਦੇ ਡਰ ਦੇ ਕਾਰਨ ਨਹੀਂ ਲਿਆਈ। ਪਹਿਲੀ ਗੱਲ, ਮੈਂ ਖੋਜ ਕਰ ਰਿਹਾ ਸੀ ਕਿ ਮੈਨੂੰ ਆਪਣੇ ਆਪ ਦਾ ਪੂਰਾ ਯਥਾਰਥ ਗਿਆਨ ਚਾਹੀਦਾ ਹੈ, ਸੈਲਫ ਰੀਅਲਾਈਜੇਸ਼ਨ। ਔਰ ਦੂਸਰਾ, ਪਰਮਾਤਮਾ ਪਿਤਾ ਦਾ ਗਿਆਨ ਚਾਹੀਦਾ। ਤੀਸਰਾ, ਕਰਮਾਂ ਦੀ ਗਹਿਨ ਗਤੀ ਦਾ ਗਿਆਨ ਚਾਹੀਦਾ। ਚੌਥਾ, ਇਸ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੇ ਬਾਰੇ 'ਚ ਗਿਆਨ ਚਾਹੀਦਾ। ਇਹ ਸਾਰੀਆਂ ਗੱਲਾਂ ਦਾ ਜਵਾਬ ਮਿਲਿਆ ਮੈਨੂੰ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵਵਿਦਿਆਲੇ 'ਚ, ਸਟੂਡੈਂਟ ਲਾਈਫ 'ਚ। ਮੈਂ ਅਜੇ ਤਾਈਂ ਵੀ ਸਟੂਡੈਂਟ ਹੈਗਾ ਹੀ, 61 ਸਾਲ ਹੋ ਗਏ ਨੇ, ਪਰ ਮੈਂ ਅੱਜ ਦਿਨ ਤਾਈਂ ਵੀ ਸਟੂਡੈਂਟ ਹੀ ਹੈਗਾ। ਲੇਕਿਨ ਕਿਸ ਚੀਜ਼ ਦਾ ਸਟੂਡੈਂਟ, ਇਹ ਥੋੜ੍ਹਾ ਜਿਹਾ ਤੁਹਾਨੂੰ ਸੋਚਣਾ ਪਏਗਾ। ਅਸੀਂ ਵਿਨਾਸ਼ ਵਾਸਤੇ ਨਹੀਂ ਗਿਆਨ ਲੈ ਰਹੇ। ਵਿਨਾਸ਼ ਆਉਣਾ ਹੀ ਨਹੀਂ ਆਉਣਾ ਹੀ, ਵਿਨਾਸ਼ ਜਾਣਾ ਹੀ ਨਹੀਂ ਜਾਣਾ ਹੀ, ਉਹਦੀ ਫਿਕਰ ਨਹੀਂ ਹੈ। ਮੈਂ ਆਤਮਾ ਆਪਣੇ ਵਾਸਤਵਿਕ ਸੰਪੂਰਨ ਸਰੂਪ 'ਚ ਆਇਆ ਜਾਂ ਨਹੀਂ ਆਇਆ ਅਜੇ ਤਾਈਂ,
ਮੈਂ ਪਰਮਾਤਮਾ ਪਿਤਾ ਦਾ ਬੱਚਾ ਬਾਪ ਸਮਾਨ ਬਣਿਆ ਜਾਂ ਨਹੀਂ ਬਣਿਆ ਅਜੇ ਤਾਈਂ। ਉਹਨਾਂ ਦੀ ਸ਼ਕਤੀਆਂ, ਉਹਨਾਂ ਦੇ ਗੁਣ ਜਿਹੜੇ ਮੇਰੇ 'ਚ ਆਏ ਜਾਂ ਨਹੀਂ ਆਏ। ਤੇ ਸਾਡਾ ਤੇ ਦਿਮਾਗ ਹੀ ਦੂਜੇ ਪਾਸੇ ਹੈ। ਲੜਾਈ ਝਗੜੇ ਦੁਨੀਆ 'ਚ ਬਹੁਤ ਹੁੰਦੇ ਆ, ਔਰ ਬਾਬਾ ਨੇ ਤੇ ਬੜਾ ਸਾਫ਼ ਕਿਹਾ ਹੀ ਕਿ ਅੰਤ ਸਮੇਂ ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਸ਼ਯੰਤੇ। ਜੋ ਵਿਪਰੀਤ, ਜਿਹਨਾਂ ਦਾ ਬੁੱਧੀ ਯੋਗ ਪਰਮਾਤਮਾ ਦੇ ਨਾਲ ਨਹੀਂ ਹੈਗਾ, ਉਹ ਆਪਸ 'ਚ ਹੀ ਲੜ ਕਰਕੇ ਮਰ ਜਾਣਗੇ। ਲੇਕਿਨ ਜਿਨ੍ਹਾਂ ਨੂੰ ਵਿਸ਼ਵਾਸ ਹੈ ਪਰਮਾਤਮਾ ਪਿਤਾ ਤੇ ਉਹ ਵਿਨਾਸ਼ ਕਾਲੇ ਪ੍ਰੀਤ ਬੁੱਧੀ ਵਿਜਯੰਤੇ, ਉਹਨਾਂ ਦੀ ਵਿਜੇ ਹੁੰਦੀ ਹੈ। ਸਤਯੁਗੀ ਦੇਵੀ ਦੇਵਤਾ ਕੌਣ ਬਣਨਗੇ? ਜਿਹੜੇ ਅੰਤ ਤਾਈਂ ਪਰਮਾਤਮਾ ਦੇ ਨਾਲ ਮਨ ਲਗਾ ਕਰਕੇ ਔਰ ਆਪਣੇ ਉੱਪਰ ਵਿਜयी ਹੋਣ। ਇਹ ਨਹੀਂ ਦੁਨੀਆ ਭਰ ਦੀ, ਪਰ ਉਹ ਕਿਹਾ ਜਾਂਦਾ ਹੈ ਕਿ ਮਨ ਜੀਤੇ ਜਗਤ ਜੀਤ। ਮਨ ਜੀਤੇ ਜਗਤ ਜੀਤ ਦਾ ਮਤਲਬ ਕੀ ਹੈ? ਕਿ ਆਪਣਾ ਜਿਹੜਾ ਮਨ ਹੈ, ਬੁੱਧੀ ਹੈ, ਸੰਸਕਾਰ ਹੈ, ਉਹ ਸਾਰੇ ਬਦਲ ਕਰਕੇ ਸਤੋ ਪ੍ਰਧਾਨ ਬਣ ਜਾਣ। ਆਸੁਰੀ ਸੰਸਕਾਰ ਖਤਮ ਹੋ ਜਾਣ ਔਰ ਦੈਵੀ ਸੰਸਕਾਰ ਪੂਰਨਤਿਆ ਆਪਣੇ 'ਚ ਪੱਕੇ ਹੋ ਜਾਣ। ਜਦੋਂ ਇਹੋ ਜਿਹੀ ਸਥਿਤੀ ਆਏਗੀ ਔਰ ਉਸ ਕੌਨਸ਼ੀਅਸਨੈਸ 'ਚ ਜਦੋਂ ਅਸੀਂ ਸਰੀਰ ਛੱਡਾਂਗੇ ਤਾਂ ਕੀ ਬਣਨਗੇ? ਮਾਨੁਸ਼ ਤੇ ਦੇਵਤਾ ਕੀਏ ਕਰਤ ਨਾ ਲਾਗੇ ਵਾਰ। ਜੀ। ਤੇ ਭਾਜੀ ਜਿੱਦਾਂ ਤੁਸੀਂ ਬੋਲਦੇ ਕਿ ਇਹ ਤੁਹਾਡੀ ਗੁਰਬਾਣੀ, ਇਹ ਨਾਲੇ ਗਿਆਨ, ਤੇ ਕਿਆ ਗੁਰਬਾਣੀ ਗਿਆਨ ਨੂੰ ਗਿਆਨ ਦੇ ਬਾਅਦ ਆਂਦੀ ਜਾਂ ਗਿਆਨ ਗੁਰਬਾਣੀ 'ਚ ਲੈ ਕੇ ਆਂਦਾ? ਗੁਰਬਾਣੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਵਿੰਦ ਦੁਆਰਾ ਉਚਾਰਨ ਕੀਤੀ ਹੋਈ ਹੈ, ਜਾਂ ਹੋਰ ਜੋ ਗੁਰੂ ਹੋਏ ਨੇ ਔਰ ਸੰਤ ਵੀ ਹੋਏ ਨੇ, ਤੇ ਉਹ ਗੁਰਬਾਣੀ ਪਹਿਲੇ ਤੋਂ ਹੈ। ਅੱਛਾ। ਜਿਸ ਤਰ੍ਹਾਂ ਦੁਆਪਰ ਯੁੱਗ ਤੋਂ ਲੈ ਕਰਕੇ ਅਲੱਗ-ਅਲੱਗ ਧਰਮ ਸਥਾਪਨ ਕਰਨ ਵਾਲੇ ਧਰਮ ਸਥਾਪਕ ਆਏ, ਹਰ ਇੱਕ ਨੇ ਆ ਕਰਕੇ ਸਮੇਂ ਦੇ ਅਨੁਸਾਰ ਆਪਣਾ ਆਪਣਾ ਗਿਆਨ ਦਿੱਤਾ, ਆਪਣੀ ਆਪਣੀ ਪ੍ਰੈਕਟਿਸ ਕਰਾਉਂਦੇ ਰਹੇ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਸਹਿਜ ਰਸਤਾ ਦੱਸਿਆ ਕਿ ਤੁਸੀਂ ਨਾਮ ਜਪੋ, ਵੰਡ ਕੇ ਛਕੋ ਤੇ ਤੁਹਾਡਾ ਕਲਿਆਣ ਹੋਏਗਾ। ਤੇ ਉਹ ਚੀਜ਼ ਜਿਹੜੀ ਹੈ ਦੇਖਿਆ ਗਿਆ ਕਿ ਉਹਦੇ 'ਚ ਵੀ ਸਿੰਸੀਅਰਲੀ ਲੋਕ ਨਹੀਂ ਰਹਿੰਦੇ। ਮੁਆਫ ਕਰਨਾ, ਮੈਂ ਅਕਾਲੀਆਂ ਦੇ ਘਰ 'ਚ ਜਨਮ ਲਿਆ ਹੋਇਆ, ਮੈਨੂੰ ਪਤਾ ਹੀ ਬਹੁਤ ਕੁਛ ਦੁਨੀਆ ਨੂੰ ਦੇਖਿਆ ਹੋਇਆ। ਲੇਕਿਨ ਇਹ ਵੀ ਦੇਖਿਆ ਹੀ ਕਿ ਅਗਰ ਕੋਈ ਵੀ ਧਰਮ ਅੱਜ ਅਗਰ ਕਾਇਮ ਹੈ ਇਸ ਸ੍ਰਿਸ਼ਟੀ 'ਤੇ, ਤਾਂ ਉਹਦਾ ਕਾਰਨ ਹੈ ਕਿ ਉਸ ਧਰਮ ਦੇ ਜਿਹੜੇ ਅਨੁਯਾਈ ਹੁੰਦੇ ਆ, ਫੋਲੋ ਕਰਨ ਵਾਲੇ ਹੁੰਦੇ ਆ, ਉਹਨਾਂ ਦੀ ਜਿਹੜੀ ਧਾਰਨਾ ਹੁੰਦੀ ਹੈ, ਉਹਦੇ ਕਰਕੇ ਉਹ ਧਰਮ ਚੱਲ ਰਹੇ ਨੇ। ਲੇਕਿਨ ਉਹ ਤਾਕਤ ਨਹੀਂ ਰਹੀ ਜਿਹੜੀ ਸ਼ੁਰੂ 'ਚ ਹੁੰਦੀ ਹੈ। ਪਹਿਲੇ ਸ਼ੁਰੂ 'ਚ ਹਰ ਧਰਮ, ਹਰ ਆਤਮਾ ਸਤੋ ਪ੍ਰਧਾਨ ਹੁੰਦੀ। ਫਿਰ ਧੀਰੇ ਧੀਰੇ ਹੁਣ ਨਾ ਹੀ ਪੈ ਗਿਆ ਕਲਯੁਗ, ਤੇ ਕਲਯੁਗ 'ਚ ਤੇ ਤਮੋ ਪ੍ਰਧਾਨਤਾ ਹੈਗੀ ਹੈ। ਤੇ ਇਸ ਵੇਲੇ ਹੁਣ ਹੋਰ ਕੋਈ ਸ਼ਕਤੀ ਕੰਮ ਨਹੀਂ ਕਰਦੀ। ਪਰਮਾਤਮਾ ਸਰਵ ਸ਼ਕਤੀਵਾਨ ਹੈ, ਜਿਸ ਨੂੰ ਅਸੀਂ ਪਿਆਰ ਨਾਲ ਪਰਮ ਪਿਤਾ ਪਰਮਾਤਮਾ ਸ਼ਿਵ ਕਹਿ ਕਰਕੇ ਬੁਲਾਉਂਦੇ ਹਾਂ। ਪਰਮਾਤਮਾ ਸ਼ਿਵ ਜਦੋਂ ਇਸ ਧਰਾ 'ਤੇ, ਇਸ ਸ੍ਰਿਸ਼ਟੀ 'ਤੇ ਆਉਂਦੇ ਨੇ, ਤੇ ਆ ਕਰਕੇ ਫਿਰ ਇਹੋ ਜਿਹਾ ਗਿਆਨ ਦਿੰਦੇ ਆ ਜਿਸ ਗਿਆਨ ਦੇ ਨਾਲ ਸਾਡੀਆਂ ਅੱਖਾਂ ਖੁੱਲ੍ਹਦੀਆਂ ਨੇ। ਅਸੀਂ ਬੋਲਦੇ ਕੁਛ ਹੈ, ਪ੍ਰੈਕਟੀਕਲ ਨਹੀਂ ਕਰਦੇ। ਸਰੀਰ ਸਾਡਾ ਮਾਧਿਅਮ ਹੈ, ਅਸੀਂ ਆਤਮਾ ਹੈਗੇ ਆ, ਪਰ ਜਦੋਂ ਵੀ ਕੋਈ ਗੱਲ ਕਰਾਂਗੇ ਤਾਂ ਆਪਣੇ ਆਪ ਨੂੰ ਸਰੀਰ ਸਮਝ ਕੇ ਹੀ ਗੱਲ ਕਰਾਂਗੇ। ਤੇ ਉਹਦੀ ਪ੍ਰੈਕਟਿਸ ਜਿਹੜੀ ਕਰਾਉਂਦੇ ਆ ਸ਼ਿਵ ਬਾਬਾ,
निश्चय में रहकर, हाँ, स्वयं को आत्मा जान, मुझ पिता परमात्मा को याद करो। अब ये प्रैक्टिकली कौन करता है? बड़ी मेहनत है इसमें, बड़ी बारीकी है, बड़ी सूक्ष्म बातें हैं। तो इस करके इस चीज़ ਨੂੰ थोड़ा ਜਿਹਾ सोच करके ਤੇ ਫਿਰ ਜੋ ਚੀਜ਼ ਅਸੀਂ ਚਲੋ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਵੀ ਨਹੀਂ ਕਰ ਪਾਏ, ਹੋਰ ਗੁਰੂਆਂ ਦੇ ਕਹਿਣ ਤੇ ਵੀ ਨਹੀਂ ਕਰ ਪਾਏ, ਹੋਰ ਸੰਤਾਂ ਦੇ ਕਹਿਣ ਤੇ ਵੀ ਨਹੀਂ ਕਰ ਪਾਏ, ਤੇ ਹੁਣ ਪਰਮਾਤਮਾ ਸਰਵ ਸ਼ਕਤੀਵਾਨ ਹੈ ਤੇ ਉਹਨਾਂ ਦੇ ਨਾਲ ਮਨ ਲਗਾ ਕੇ ਆਪਣੇ ਮਨ ਨੂੰ ਇਤਨਾ ਸ਼ਕਤੀਸ਼ਾਲੀ ਬਣਾਈਏ ਕਿ ਅਸੀਂ ਜੋ ਅੱਛੀਆਂ ਗੱਲਾਂ ਗੁਰੂਆਂ ਨੇ ਸਿਖਾਈਆਂ ਜਾਂ ਜੋ ਸਾਨੂੰ ਹੁਣ ਪਰਮਾਤਮਾ ਡਾਇਰੈਕਟ ਸਿਖਾ ਰਿਹਾ, ਉਹ ਸਾਡੇ ਜੀਵਨ 'ਚ ਪ੍ਰੈਕਟੀਕਲ ਲਾਈਫ 'ਚ ਆਉਣ। ਤੇ ਸੁੱਖ ਕਿਹਨੂੰ ਮਿਲੇਗਾ? ਜੋ ਪ੍ਰੈਕਟੀਕਲ ਲਾਈਫ 'ਚ ਆਏਗਾ ਤੇ ਸੁਖੀ ਤੇ ਅਸੀਂ ਹੋਵਾਂਗੇ ਨਾ। ਦੂਸਰੇ ਨੂੰ ਵੀ ਸੁੱਖ ਮਿਲਦਾ ਹੀ, ਐਸਾ ਨਹੀਂ ਕਿ ਮੈਂ ਸੁਖੀ ਹੋ ਜਾ ਦੂਸਰਾ ਨੂੰ ਦੁੱਖ ਹੋਏਗਾ, ਬਲਕਿ ਮੇਰਾ ਜਿਹੜਾ ਵਾਯੂਮੰਡਲ ਹੋਏਗਾ, ਮੇਰੀ ਜਿਹੜਾ ਬਾਤਚੀਤ ਹੋਏਗੀ, ਮੇਰੇ ਜਿਹੜੀ ਦ੍ਰਿਸ਼ਟੀ ਹੋਏਗੀ, ਵਿਰਤੀ ਹੋਏਗੀ, ਮੇਰੀ ਜਿਹੜੀ ਕਿਰਤੀ ਹੋਏਗੀ, ਉਹ ਸਾਰੀ ਸੁੱਖ ਦੇਣ ਵਾਲੀ ਹੋਏਗੀ। ਕਿਉਂ? ਪਰਮਾਤਮਾ ਦਾ, ਹਾਂ, ਵਾਹਿਗੁਰੂ ਦਾ, ਸ਼ਿਵ ਬਾਬਾ ਦਾ ਹੁਕਮ ਹੈ, ਸੁਖ ਦੋ ਸੁਖ लो, सुखी रहो और सुखी सबको बनाओ। ਇਹ ਇਤਨੀ ਅੱਛੀ ਗੱਲਾਂ ਹੈਗੀਆਂ ਹੀ, ਜਦੋਂ ਅਸੀਂ ਸੁਣਦੇ ਹਾਂ ਤਾਂ ਬਹੁਤ ਦਿਲ 'ਚ ਖੁਸ਼ੀ ਹੁੰਦੀ ਹੈ, ਮਨ ਪ੍ਰਫੁੱਲਿਤ ਹੋ ਜਾਂਦਾ ਹੈ। ਪਰ ਫਿਰ ਦੁਨੀਆਦਾਰੀ ਦੇ ਝਗੜੇ 'ਚ ਪੈ ਜਾਂਦੇ ਆ, ਭੁੱਲ ਜਾਂਦੇ ਆ। ਤੇ ਇਸ ਕਰਕੇ ਬਾਬਾ ਕਹਿੰਦਾ ਜੀ 8 ਘੰਟੇ ਤੁਸੀਂ ਯਾਦ 'ਚ ਰਹੋ, 8 ਘੰਟੇ ਆਰਾਮ ਕਰੋ, 8 ਘੰਟੇ ਆਪਣਾ ਕਾਰੋਬਾਰ ਕਰੋ। ਕਰ ਸਕਦੇ ਹੋ? ਬੜਾ ਮੁਸ਼ਕਿਲ ਹੈ। ਤੇ ਇਹਦੇ ਵਾਸਤੇ ਥੋੜ੍ਹਾ ਜਿਹਾ ਸਵੇਰੇ ਉੱਠਦਿਆਂ ਹੀ ਗੁੱਡ ਮਾਰਨਿੰਗ ਕਰੋ ਬਾਬਾ ਦੇ ਨਾਲ, ਫਿਰ ਬਾਅਦ 'ਚ ਥੋੜ੍ਹਾ ਮਹਾਵਾਕਿਆ ਉਹਨਾਂ ਦੇ ਪੜ੍ਹੋ, ਈਸ਼ਵਰੀ ਮਹਾਵਾਕਿਆ, ਭਾਵੇਂ ਗੁਰਬਾਣੀ ਪੜ੍ਹੋ, ਭਾਵੇਂ ਤੁਸੀਂ ਮੁਰਲੀ ਪੜ੍ਹੋ, ਕੁਛ ਵੀ ਪੜ੍ਹੋ ਜਾਂ ਸੁਣੋ, ਲੇਕਿਨ ਉਹਦੇ ਅਰਥ ਨੂੰ ਸਮਝੋ। ਅਸੀਂ ਗੁਰਬਾਣੀ ਵੀ ਬਹੁਤ ਸੁਣਦੇ ਹਾਂ, ਗੁਰਬਾਣੀ ਦਾ ਪਾਠ ਵੀ ਬਹੁਤ ਕਰਦੇ ਹਾਂ, ਪਰ ਉਹਦੇ ਭਾਵ ਅਰਥ 'ਚ ਕਦੀ ਧਿਆਨ ਇਤਨਾ ਨਹੀਂ ਜਾਂਦਾ। ਤੇ ਜੋ ਅਗਰ ਅਸੀਂ ਉਸ ਨੂੰ ਅਰਥ ਨੂੰ ਸਮਝ ਕਰਕੇ ਉਹਨੂੰ ਆਪਣੇ ਜੀਵਨ 'ਚ ਲਿਆਵਾਂਗੇ ਤਾਂ ਸਾਡਾ ਜੀਵਨ ਤਾਂ ਬੜਾ ਸੁੰਦਰ ਬਣ ਜਾਏਗਾ। ਜਿਹਨਾਂ ਬਾਬਾ ਕਹਿੰਦੇ ਸੀ ਕਿ ਇਹ ਜੋ ਮੈਂ ਤੁਹਾਨੂੰ ਗਿਆਨ ਦੇ ਰਿਹਾ ਹਾਂ, ਇਹ ਗਿਆਨ ਰਤਨ, ਇੱਕ ਰਤਨ, ਇਹਦੀ ਕੀਮਤ ਲੱਖਾਂ ਰੁਪਏ, ਕਿਉਂਕਿ ਤੁਹਾਡੇ ਜੀਵਨ ਜਿਹੜੀ ਬਣਦੀ ਹੈ ਉਹ ਵੈਸੇ ਨਹੀਂ ਬਣੇਗੀ, ਲੇਕਿਨ ਇਹ ਗਿਆਨ ਦੇ ਜ਼ਰੀਏ ਤੁਹਾਡਾ ਜੀਵਨ ਇਤਨਾ ਸੁੰਦਰ ਬਣ ਜਾਂਦਾ, ਇਤਨਾ ਪਾਵਨ ਬਣ ਜਾਂਦਾ, ਇਤਨਾ ਸ੍ਰੇਸ਼ਟ ਬਣ ਜਾਂਦਾ, ਇਤਨਾ ਗੁਣਵਾਨ ਬਣ ਜਾਂਦਾ ਹੀ। ਤੇ ਇਹੋ ਜਿਹੀ ਜੀਵਨ ਜਿਹਦੀ ਬਣਦੀ ਜਾਏਗੀ ਤਾਂ ਉਹਦੀ ਜੀਵਨ ਤੇ ਅਮੁੱਲ ਹੋਏਗੀ, ਉਹ ਬਿਨ ਕੌੜੀ ਬਾਦਸ਼ਾਹ ਹੋਏਗਾ। ਮੈਂ ਤਾਂ ਇਹ ਕਹਾਂਗਾ, ਬਿਨ ਕੌੜੀ ਬਾਦਸ਼ਾਹ। ਇਸ ਕਰਕੇ ਤੁਸੀਂ ਵਾਹਿਗੁਰੂ ਦੇ ਨਾਲ ਮਨ ਲਗਾਓ, ਮਨ ਮਨਾ ਭਾਵ ਹੋ ਕਰਕੇ ਰਹੋ, ਔਰ ਉਹਨਾਂ ਦੀ ਆਗਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਪਾਵਨ ਬਣਾਓ, ਪਵਿੱਤਰ ਬਣਾਓ। ਜਿੱਥੇ ਪਵਿੱਤਰਤਾ ਹੈ ਉੱਥੇ ਸੁੱਖ ਸ਼ਾਂਤੀ ਹੈ, ਜਿੱਥੇ ਅਪਵਿੱਤਰਤਾ ਹੈ ਉੱਥੇ ਦੁੱਖ ਸ਼ਾਂਤੀ ਹੈ। ਉਹ ਸਿੱਧੀ ਗੱਲ ਹੈ। ਓਮ ਸ਼ਾਂਤੀ।